ਸ਼੍ਰੀ ਅਕਾਲ ਜੀ। ਕਲਰਕ ਦੀਆਂ ਆਪਣੀਆਂ ਪੋਸਟਾਂ ਆ ਚੁੱਕੀਆਂ ਤੇ ਉਹਦੇ ਫਾਰਮ ਭਰਨੇ ਸਟਾਰਟ ਹੋ ਗਏ ਆ। ਅੱਜ ਦੀ ਇਹ ਵੀਡੀਓ ਬਹੁਤ ਲੰਮੀ ਹੋਣ ਵਾਲੀ ਆ ਕਿਉਂਕਿ ਬਹੁਤ ਸਾਰੇ ਮੇਰੇ ਕੋਲ ਪੇਜ ਹੈਗੇ ਜਿਹੜੇ ਆਪਾਂ ਡਿਸਕਸ ਕਰਨੇ ਆ। ਪੋਸਟ ਆਪਣੀਆਂ ਆ ਚੁੱਕੀਆਂ। ਤੁਸੀਂ ਸਮਝਦਾਰ ਹੋ, ਗ੍ਰੈਜੂਏਟ ਹੋ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕੋਈ ਫਾਰਮ ਭਰਨੇ ਵਿੱਚ ਗਲਤੀ ਰਹਿ ਜਾਂਦੀ ਹੈ। ਇਸ ਕਰਕੇ ਆਪਾਂ ਕੋਈ ਗਲਤੀ ਨਾ ਕਰੀਏ, ਇਸ ਕਰਕੇ ਇਸ ਵੀਡੀਓ ਨੂੰ ਬਣਾ ਰਹੇ ਹਾਂ ਵੀ ਤੁਹਾਨੂੰ ਡਿਟੇਲ 'ਚ ਸਮਝਾ ਸਕੀਏ। ਬਹੁਤ ਸਟੂਡੈਂਟ ਹੈਗੇ ਜਿਨ੍ਹਾਂ ਨੂੰ ਇਸ ਫਾਈਲਾਂ ਨੂੰ ਪੜ੍ਹਨ ਤੋਂ ਬਾਅਦ ਵੀ ਨਹੀਂ ਸਮਝ ਲੱਗਦਾ ਵੀ ਕਿਹੜੇ ਫਾਰਮ ਨੂੰ ਕੀ ਭਰਨਾ, ਜਾਂ ਗਵਰਨਮੈਂਟ ਨੇ ਕੋਈ ਗੱਲ ਇਸ ਤਰ੍ਹਾਂ ਦੀ ਕੀਤੀ ਹੁੰਦੀ ਜਿਹੜੀ ਸਮਝ ਨਹੀਂ ਲੱਗਦੀ। ਕੋਈ ਜਿਹੜੀ ਸ਼ਬਦਾਵਲੀ ਵਰਤਦੀ ਹੈ ਗਵਰਨਮੈਂਟ, ਉਹ ਕਈ ਵਾਰੀ ਬੱਚਿਆਂ ਦੇ ਸਮਝ ਨਹੀਂ ਲੱਗਦੀ। ਅੱਜ ਪੂਰੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਸ ਵੀਡੀਓ ਨੂੰ ਲਾਸਟ ਤੱਕ ਸੁਣਨਾ ਹੈ। ਬਹੁਤ ਗਲਤੀਆਂ ਸਟੂਡੈਂਟ ਕਰਦੇ ਆ, ਸਾਹਮਣੇ ਤੁਹਾਡੇ ਲਿਖਿਆ ਹੋਣ ਦੇ ਬਾਵਜੂਦ ਵੀ ਗਲਤੀ ਹੋ ਜਾਂਦੀ ਆ। ਕੋਈ ਕੈਟਾਗਰੀ ਦੀ ਪ੍ਰੋਬਲਮ ਬਹੁਤ ਆਉਂਦੀ ਆ। ਸਭ ਤੋਂ ਵੱਧ ਜਿਹੜੀ ਪ੍ਰੋਬਲਮ ਆਉਂਦੀ ਉਹ ਕੈਟਾਗਰੀ ਦੀ ਆਉਂਦੀ ਜਦੋਂ ਫਾਰਮ ਭਰਨਾ ਹੁੰਦਾ ਵੀ ਕਿਹੜੀ ਕੈਟਾਗਰੀ 'ਚ ਭਰੀਏ ਜਾਂ ਨਾ ਭਰੀਏ, ਜਾਂ ਕਿਸੇ ਦੀ ਸਲਾਹ ਨਾਲ, ਜਾਂ ਆਪਾਂ ਗਲਤੀ ਨਾਲ, ਜਾਂ ਕੈਫੇ ਵਾਲੇ ਦੀ ਗਲਤੀ ਨਾਲ ਕਈ ਕੈਟਾਗਰੀ ਦਾ ਫਾਰਮ ਗਲਤ ਭਰਿਆ ਜਾਂਦਾ ਤੇ ਬੱਚੇ ਨੂੰ ਬਹੁਤ ਪ੍ਰੋਬਲਮ ਬਹੁਤ ਆਉਂਦੀ ਆ। ਪਿਛਲੀ ਵਾਰੀ ਇੱਦਾਂ ਹੋਇਆ ਕਲਰਕ ਦਾ ਪੋਸਟਾਂ ਕਿ ਬੱਚੇ ਨੇ ਭਰਨੀਆਂ ਸੀ, ਪਰ ਕੈਫੇ ਵਾਲੇ ਨੇ ਆਪਣੀ ਤੇਜ਼ੀ ਦਿਖਾਉਣ ਬਾਰੇ ਕਈ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟਾਂ ਭਰਤੀਆਂ। ਬੱਚੇ ਪਾਸ ਹੋ ਗਏ, ਮੈਰਿਟ ਵਿੱਚ ਆ ਗਏ ਤੇ ਐਂਡ ਤੇ ਪਤਾ ਲੱਗਦਾ ਵੀ ਉਹਨਾਂ ਦਾ ਫਾਰਮ ਹੀ, ਕਿਉਂਕਿ ਪੇਪਰ ਇਕੱਠਾ ਹੋਇਆ ਸੀ ਕਲਰਕ ਤੇ ਜਿਹੜਾ ਡਾਟਾ ਐਂਟਰੀ ਆਪਰੇਟਰ ਵਾਲਾ ਪੇਪਰ ਇਕੱਠਾ ਹੋਇਆ ਸੀ, ਇਸ ਕਰਕੇ ਬੱਚੇ ਉਹ ਰਹਿ ਗਏ ਆ। ਇਸ ਕਰਕੇ ਬਹੁਤ ਸਾਵਧਾਨੀ ਨਾਲ ਇਹ ਫਾਰਮ ਭਰਨੇ ਆ। ਸਰਕਾਰ ਨੇ ਪਹਿਲਾਂ ਹਦਾਇਤਾਂ ਦਿੱਤੀਆਂ ਹੋਈਆਂ ਵੀ ਕੋਈ ਵੀ ਐਡੀਟਿੰਗ ਦੀ ਆਪਸ਼ਨ ਨਹੀਂ ਮਿਲੇਗੀ, ਟਾਈਮ ਨਹੀਂ ਮਿਲੇਗਾ ਤੁਹਾਨੂੰ, ਕੁਝ ਬਦਲਣ ਵਾਸਤੇ, ਚੇਂਜ ਕਰਨ ਵਾਸਤੇ ਟਾਈਮ ਨਹੀਂ ਮਿਲਣਾ। ਸਰਕਾਰ ਕੋਲ ਪਹਿਲਾਂ ਹੀ ਟਾਈਮ ਘੱਟ ਆ, ਇਸ ਕਰਕੇ ਜਦੋਂ ਵੀ ਇਹ ਟਾਈਮ ਪੂਰਾ ਹੋ ਜਾਂਦਾ, ਲਾਸਟ ਡੇਟ ਆਪਣੀ ਲੰਘ ਜਾਂਦੀ, ਉਸ ਤੋਂ ਬਾਅਦ ਗਵਰਨਮੈਂਟ ਨੇ ਸਾਰਾ ਸਬਮਿਟ ਕਰਕੇ ਤੇ ਜਲਦੀ ਆਪਣੀਆਂ ਪੇਪਰ ਦਾ ਡੇਟ ਦੇ ਦੇਣੀ ਆ। ਸਰਕਾਰ ਕੋਲ ਸਿਰਫ 2 ਮਹੀਨੇ ਜਿਹਦੇ ਵਿੱਚ ਪ੍ਰੋਸੈਸ ਪੂਰਾ ਕਰਨਾ ਆ। ਜੁਆਇਨਿੰਗ ਕਰਾਵੇ ਭਾਵੇਂ ਨਾ ਕਰਾਵੇ, ਉਹ ਮਰਜ਼ੀ ਸਰਕਾਰ ਦੀ, ਪਰ ਪੇਪਰ ਤੁਹਾਡੇ ਹੋਣਗੇ। ਕੰਪਿਊਟਰ ਦਾ ਪੇਪਰ ਹੋਣਾ, ਫਾਸਟ ਹੀ ਹੋਣਾ, ਸਭ ਕੁਝ ਕੰਪਿਊਟਰਾਈਜ਼ ਹੈਗਾ, ਇਹ ਕੋਈ ਹੱਥੀਂ ਕੰਮ ਤਾਂ ਹੋਣਾ ਨਹੀਂ ਹੈਗਾ। ਠੀਕ, ਇਸ ਕਰਕੇ ਪੇਪਰ ਬਹੁਤ ਫਾਸਟ ਹੋਊਗਾ ਤੇ ਪੇਪਰ ਨੂੰ ਭਰਨ ਲੱਗੇ ਜਿਹੜੀਆਂ ਧਿਆਨ ਰੱਖਣਾ ਗੱਲਾਂ ਦਾ ਉਹ ਅੱਜ ਆਪਾਂ ਡਿਸਕਸ ਕਰਦੇ ਹਾਂ। ਇਹ ਜਿਹੜੀ ਫਾਈਲਾਂ ਮੇਰੇ ਕੋਲ ਹੈਗੀਆਂ, ਇੱਕ ਪਹਿਲੀ ਗੱਲ ਤਾਂ ਜਿਹੜੇ ਜਨਰਲ ਕਲਰਕ ਹੈਗਾ, ਜਨਰਲ ਕਲਰਕ ਉਹਦੇ ਵਿੱਚ ਕਿਸੇ ਵੀ ਸਟਰੀਮ ਵਿੱਚ ਤੁਸੀਂ BA ਕੀਤੀ ਹੋਈ ਹੈ, BTech ਕੀਤੀ ਹੋਈ ਹੈ, BSc ਕੀਤੀ ਹੋਈ ਹੈ, ਕੰਪਿਊਟਰ ਦੀ ਹੈਗੀ, ਜਾਂ ਕਿਸੇ ਵੀ ਲਾਈਨ ਦੀ ਤੁਸੀਂ ਕੋਈ ਗ੍ਰੈਜੂਏਸ਼ਨ ਕੀਤੀ ਹੈ, ਜਨਰਲ ਵਿੱਚ, ਜਨਰਲ ਕਲਰਕ ਦੇ ਵਿੱਚ, ਜਨਰਲ ਕਲਰਕ ਜਿਹੜੀਆਂ ਵੱਖਰੀਆਂ ਪੋਸਟਾਂ ਆਈਆਂ ਉਹਦੇ ਵਿੱਚ ਹਰੇਕ ਬੰਦਾ ਅਪਲਾਈ ਕਰ ਸਕਦਾ। ਕਿਸੇ ਪ੍ਰਕਾਰ ਦੀ ਕੋਈ ਵੀ ਉਹਦੀ ਗ੍ਰੈਜੂਏਸ਼ਨ ਹੋ ਸਕਦੀ ਆ। ਪਰ ਜਿਹੜੀ ਅਕਾਊਂਟ ਕਲਰਕ ਆ, ਕਲਰਕ ਅਕਾਊਂਟ ਆ, ਉਹਦੇ ਵਿੱਚ ਸਿਰਫ BCom ਵਾਲੇ ਹੀ ਉਸ ਫਾਰਮ ਨੂੰ ਭਰ ਸਕਦੇ ਆ। ਜਿਹੜੇ ਹੈਗਾ ਕਲਰਕ ਇਨਫੋਰਮੇਸ਼ਨ IT, ਕਲਰਕ ਇਨਫੋਰਮੇਸ਼ਨ, ਉਹਦੇ ਵਿੱਚ BTech, BSc IT ਜਾਂ BCA, ਇਹ ਵਾਲੇ ਬੱਚੇ ਉਹ 'ਚ ਅਪਲਾਈ ਕਰ ਸਕਦੇ ਆ। ਤੁਸੀਂ ਜਿਹੜੇ ਸਿੰਪਲ BA ਵਾਲੇ ਉਧਰ ਅਪਲਾਈ ਨਹੀਂ ਕਰ ਸਕਦੇ, ਪਰ ਉਹ ਇੱਧਰ ਆ ਸਕਦੇ। BCom ਵਾਲੇ ਜਾਂ BTech ਵਾਲੇ ਜਨਰਲ ਕਲਰਕ ਵਾਲੀਆਂ ਪੋਸਟਾਂ ਵੀ ਭਰ ਸਕਦੇ ਆ। ISO ਅਪਰੂਵਡ ਤੁਹਾਡੇ ਕੋਲ ਸਰਟੀਫਿਕੇਟ ਚਾਹੀਦਾ ਆ, ਘੱਟੋ ਘੱਟ 6 ਮਹੀਨੇ ਦਾ, ਇਹ ਤੋਂ ਘੱਟ ਨਹੀਂ ਹੋਣਾ ਚਾਹੀਦਾ। ਤੁਹਾਡਾ ਆਨਲਾਈਨ ਆਫਲਾਈਨ ਉਹ ਵੈਰੀਫਾਈਡ ਸਰਟੀਫਿਕੇਟ ਹੋਣਾ ਚਾਹੀਦਾ। ਤੁਹਾਡਾ ਜਿਹੜਾ ਇੰਸਟੀਚਿਊਟ ਉਹ ਚੱਲਦਾ ਹੋਣਾ ਚਾਹੀਦਾ। ਕਈ ਵਾਰੀ ਸਟੂਡੈਂਟਾਂ ਨੇ ਪੁਰਾਣੇ ਸਰਟੀਫਿਕੇਟ ਬਣਾਏ ਹੋਏ ਪਰ ਉਹ ਇਸ ਟਾਈਮ ਸੈਂਟਰ ਬੰਦ ਆ, ਜਾਂ ਆਨਲਾਈਨ ਆਫਲਾਈਨ ਕਿਤੇ ਵੀ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈਗਾ। ਉਹ ਸਾਰੇ ਸਰਟੀਫਿਕੇਟ ਹੁਣ ਫੇਕ ਹੋ ਚੁੱਕੇ ਆ। ਉਹ ਤੁਸੀਂ ਆਪਦਾ ਨਵਾਂ ਸਰਟੀਫਿਕੇਟ ਬਣਾ ਕੇ ਲਾਉਣਾ ਆ। ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਚਾਹੀਦੀ, ਘੱਟੋ ਘੱਟ 6ਵੇਂ ਸਮੈਸਟਰ ਤੱਕ ਤੁਹਾਡੇ ਕੋਲ ਸਾਰੇ ਸਰਟੀਫਿਕੇਟ ਹੋਣੇ ਚਾਹੀਦੇ ਆ। ਗਵਰਨਮੈਂਟ ਨੇ ਹੁਣ ਸਰਟੀਫਿਕੇਟ ਅਪਲੋਡ ਕਰਵਾਉਣੇ ਆ। ਮੈਂ ਅੱਜ ਫਾਰਮ ਭਰ ਕੇ ਦੇਖਿਆ, ਉਹਦੇ ਵਿੱਚ ਜਿਹੜੀਆਂ ਮੈਂ ਆਪਸ਼ਨ ਦੇਖੀਆਂ ਤੁਹਾਡੇ ਨਾਲ ਉਹੀ ਡਿਸਕਸ ਕਰਨ ਲੱਗਾ ਆ। ਤੁਹਾਡੇ ਡਾਕੂਮੈਂਟ ਸਾਰੇ ਅਪਲੋਡ ਹੋਣੇ ਆ। ਰੈਜ਼ੀਡੈਂਸ ਸਰਟੀਫਿਕੇਟ, ਜਿਹੜਾ ਰੈਜ਼ੀਡੈਂਸ ਸਰਟੀਫਿਕੇਟ ਆ ਉਹ 5 ਸਾਲ ਲਈ ਵੈਲਿਡ ਹੁੰਦਾ। ਪਿਛਲੇ 5, ਜਿਵੇਂ ਹੁਣ 21 ਚੱਲਦਾ, ਪਿਛਲੇ 16 ਤੋਂ 21 ਤੱਕ ਉਹ ਵੈਲਿਡ ਹੋਏਗਾ। ਅਗਲੇ 5 ਸਰਕਾਰ ਨੂੰ ਨਹੀਂ ਪਤਾ ਵੀ ਤੁਹਾਨੂੰ ਤੁਸੀਂ ਉਸ ਜਗ੍ਹਾ ਤੇ ਰਹਿਣਾ ਕਿ ਨਹੀਂ ਰਹਿਣਾ। ਜਿਹੜਾ ਤੁਹਾਡਾ ਸਰਟੀਫਿਕੇਟ ਰੈਜ਼ੀਡੈਂਸ ਵਾਲਾ ਉਹ ਲੇਟੈਸਟ 1 ਸਾਲ ਵਾਸਤੇ ਵੈਲਿਡ ਹੁੰਦਾ। ਜੇ ਅੱਜ ਤੁਸੀਂ ਸਰਟੀਫਿਕੇਟ ਬਣਾਓਗੇ ਤਾਂ 22 ਤੱਕ ਹੀ ਵੈਲਿਡ ਹੋਏਗਾ, ਪਿੱਛੇ ਨਹੀਂ ਵੈਲਿਡ ਹੋਏਗਾ। ਜਿਹੜਾ ਤੁਹਾਡੀ ਕੈਟਾਗਰੀ ਵਾਲਾ ਹੈਗਾ ਉਹ ਲਾਈਫ ਟਾਈਮ ਵੈਲਿਡ ਹੁੰਦਾ ਹੈ। ਤੁਹਾਡੀ ਕੈਟਾਗਰੀ ਵਾਲਾ ਸਰਟੀਫਿਕੇਟ ਉਹ ਲਾਈਫ ਟਾਈਮ ਵੈਲਿਡ ਆ। ਜਿਹੜਾ ਰੈਜ਼ੀਡੈਂਸ ਆ ਉਹ 1 ਸਾਲ ਵਾਸਤੇ, ਅਗਲੇ 1 ਸਾਲ ਵਾਸਤੇ ਹੁੰਦਾ ਆ। ਪਿਛਲੇ 5 ਸਾਲ ਤੋਂ ਲੈ ਕੇ ਹੁਣ ਤੱਕ ਦਾ ਉਹ ਅਗਲੇ ਵੀ ਤੁਹਾਨੂੰ ਸਰਕਾਰ ਦੱਸਦੀ ਹੈ ਵੀ ਬੰਦਾ 5 ਸਾਲ ਤੋਂ ਇੱਥੇ ਰਹਿ ਰਿਹਾ। ਇਸ ਕਰਕੇ ਤੁਸੀਂ ਆਪਣੇ ਸਰਟੀਫਿਕੇਟ ਨੂੰ ਦੇਖ ਲਾਂ। ਜੇ 2016 ਤੋਂ ਪਹਿਲਾਂ, 16 ਤੋਂ ਪਹਿਲਾਂ ਦਾ ਬਣਿਆ ਹੋਇਆ, 5 ਸਾਲ ਤੋਂ ਪੁਰਾਣਾ ਬਣਿਆ ਹੋਇਆ, ਤਾਂ ਸਰਟੀਫਿਕੇਟ ਤੁਹਾਨੂੰ ਦੁਬਾਰਾ ਬਣਾਉਣਾ ਪਊਗਾ। ਉਹ ਅਪਲੋਡ ਨਵਾਂ ਹੀ ਹੋਣਾ ਆ ਤੇ ਸਰਟੀਫਿਕੇਟ ਅਪਲੋਡ ਹੋਣੇ ਆ, ਡਾਕੂਮੈਂਟ ਸਾਰੇ ਅਪਲੋਡ ਹੋਣੇ। ਇਸ ਕਰਕੇ ਤੁਹਾਡੇ ਹਾਰਡ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਆ। ਇਸ ਕਰਕੇ ਉਹ ਲਈ ਰੈਡੀ ਰਹਿਣਾ। ਤੇ ਬਾਕੀ ਡਿਸਕਸ ਕਰਦੇ ਹਾਂ। ਇਹਦੇ ਵਿੱਚ ਆਪਾਂ ਹੋਰ ਆਪਸ਼ਨ ਦੇਖ ਲੈਂਦੇ ਆ। ਜਿਹੜਾ ਕਲਰਕ ਆਪਣਾ ਜਨਰਲ, ਉਹਦੇ ਵਿੱਚ ਉਹਦੀ 23 ਤਰੀਕ ਨੂੰ ਸਟਾਰਟ ਹੋਇਆ, ਠੀਕ ਆ, ਅਪਲਾਈ ਹੋਣਾ ਸਟਾਰਟ ਹੋ ਗਿਆ ਤੇ 18 ਤਰੀਕ ਲਾਸਟ ਫਾਰਮ ਭਰਨ ਦੀ। ਤੇ ਜੇ 23 ਤਰੀਕ ਜਿਹੜੀ ਹੈਗੀ ਉਹ ਫੀਸ ਨੂੰ ਸਬਮਿਟ ਕਰਨ ਦੀ ਆ। ਫੀਸ ਨੂੰ ਭਰਨ ਦਾ ਤਰੀਕਾ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ, ਉਹਦੇ ਡੈਬਿਟ ਕਾਰਡ ਨਾਲ, ਜਾਂ ਕੋਈ ਵੀ ਤੁਸੀਂ ਐਪ ਯੂਜ਼ ਕਰਦੇ ਹੋ, ਉਹ ਥੋੜੀ ਫੀਸ ਪੇ ਹੋ ਸਕਦੀ ਆ। ਤਾਂ ਬੈਂਕ ਜਾ ਕੇ ਤੁਸੀਂ ਚਲਾਨ ਵੀ ਭਰ ਸਕਦੇ ਹੋ, ਠੀਕ ਹੈ। ਬਾਕੀ ਹਰੇਕ ਡਿਪਾਰਟਮੈਂਟ ਦੇ ਅਕੋਰਡਿੰਗ ਗਵਰਨਮੈਂਟ ਨੇ ਵੰਡ ਕੇ ਤੁਹਾਨੂੰ ਪਹਿਲਾਂ ਕਲੀਅਰ ਦੱਸਤਾ ਕਿਹੜੇ ਡਿਪਾਰਟਮੈਂਟ 'ਚ ਕਿਹੜੀਆਂ ਸੀਟਾਂ ਕਿੱਥੇ ਖਾਲੀ ਹੈਗੀਆਂ। ਉਹ ਫਾਈਲ ਨੂੰ ਤੁਸੀਂ ਇਸ ਨੂੰ ਪੜ੍ਹ ਲੈਣਾ ਪ੍ਰੋਪਰ ਫਾਰਮ ਭਰਨ ਲੱਗੇ। ਤੇ ਜਿਹੜੇ ਹੈਗੇ ਆ ਸਾਬਕਾ ਫੌਜੀ ਆ, ਉਹਨਾਂ ਵਾਸਤੇ ਜਿੰਨੀ ਉਹਨੇ ਸਰਵਿਸ ਕੀਤੀ ਆ ਉਹ ਤੁਹਾਡੀ ਟੋਟਲ ਉਮਰ ਦੇ ਵਿੱਚੋਂ ਘੱਟ ਜਾਣੀ ਆ।
ਤੁਹਾਡੀ ਜਿਹੜੀ ਸਾਬਕਾ ਫੌਜੀ ਹੈਗੀ ਟੋਟਲ ਜਿੰਨੀ ਤੁਸੀਂ ਸਰਵਿਸ ਕਰਕੇ ਆਏ ਹੋ, ਤੁਹਾਡੀ ਟੋਟਲ ਉਮਰ ਦੇ ਵਿੱਚੋਂ ਟਾਈਮ ਘਟ ਜਾਣਾ ਤੇ ਤੁਹਾਨੂੰ 3 ਸਾਲ ਦੀ ਛੂਟ ਆ। 3 ਸਾਲ ਦੀ ਛੂਟ ਤੁਹਾਨੂੰ ਨਾਰਮਲ ਤੁਹਾਡੀ ਜੇ ਤੁਸੀਂ ਰਿਟਾਇਰ ਹੋਏ ਨੂੰ ਟਾਈਮ ਹੋ ਗਿਆ ਤਾਂ 3 ਸਾਲ ਦੇ ਵਿੱਚ ਵੀ ਤੁਸੀਂ ਫਾਰਮ ਭਰ ਸਕਦੇ ਹੋ। ਤੁਹਾਨੂੰ ਉਹ ਸਰਟੀਫਿਕੇਟ ਆਪਣੇ ਸ਼ੋਅ ਕਰਨੇ ਪੈਣਗੇ, ਠੀਕ ਆ। ਤੇ ਆਪਦੀ ਹਰੇਕ ਨੇ ਬੰਦੇ ਨੇ ਕੈਟਾਗਰੀ ਆਪਦੀ 'ਚ ਭਰਨਾ, ਕਿਸੇ ਹੋਰ ਦੇ ਚੱਕਰ 'ਚ ਨਹੀਂ ਪੈਣਾ ਵੀ ਆਪਾਂ ਕਿਸੇ ਹੋਰ ਦੀਆਂ ਪੋਸਟਾਂ ਵਿੱਚ ਵੜ ਕੇ ਨੰਬਰ ਵੱਧ ਲੈ ਜਾਾਂਗੇ ਜਾਂ ਕੁਝ ਜੋਬ ਮਿਲ ਜੇਗੀ। ਤੁਸੀਂ ਆਪਦੀ ਉਹਦੀ ਕੈਟਾਗਰੀ ਵਿੱਚ ਹੀ ਫਾਰਮ ਭਰਨੇ ਆ, ਲਾਲਚ ਨਹੀਂ ਕਰਨਾ ਹੈਗਾ ਜ਼ਿਆਦਾ, ਠੀਕ ਆ। ਇਸ ਕਰਕੇ ਜਿਹੜੀ ਤੁਹਾਡੀ ਕੈਟਾਗਰੀ ਹੈਗੀ ਆ ਬਾਅਦ 'ਚ ਝਮੇਲਿਆਂ 'ਚ ਪੈਣ ਨਾਲੋਂ ਚੰਗਾ ਜਿਹੜੀ ਤੁਹਾਡੀ ਆਪਦੀ ਕੈਟਾਗਰੀ ਹੈਗੀ ਉਸੇ ਵਿੱਚ ਹੀ ਫਾਰਮ ਭਰੋ, ਠੀਕ ਹੈ। ਜੇ ਕੈਟਾਗਰੀ ਨੂੰ ਡਿਵਾਈਡ ਇਸ ਤਰੀਕੇ ਨਾਲ ਕੀਤੇ ਗਿਆ, ਜੇ ਤੁਹਾਡੇ ਪੋਸਟਾਂ ਘੱਟ ਹੈਗੀਆਂ ਤਾਂ ਉਹਨੇ ਬੰਦੇ ਵੀ ਘੱਟ ਹੋਣਗੇ, ਠੀਕ। ਕਿਸੇ ਵੱਧ ਪੋਸਟਾਂ ਵਿੱਚ ਆਪਾਂ ਬਣਨ ਦੀ ਬਜਾਏ ਜਿਹੜੀ ਆਪਦੀ ਕੈਟਾਗਰੀ ਹੈਗੀ ਉਹਦੇ ਵਿੱਚ ਜਾਵਾਂਗੇ ਤਾਂ ਜ਼ਿਆਦਾ ਬੈਟਰ ਰਹੇਗਾ। ਤੇ ਜਿਹੜਾ ਜਨਰਲ ਕੈਟਾਗਰੀ ਹੈ ਉਹਨਾਂ ਇੱਕ EWS ਆ, ਕਿਸੇ ਨੇ EWS ਵਿੱਚ ਫਾਰਮ ਨਹੀਂ ਭਰਨੇ ਹੈਗੇ ਜਨਰਲ ਵਾਲਿਆਂ ਨੇ, ਜੇ ਭਾਵੇਂ ਸਰਟੀਫਿਕੇਟ ਬਣਾਏ ਵੀ ਹੈਗੇ ਉਹਦਾ ਬੈਨੀਫਿਟ ਕੋਈ ਨਹੀਂ ਹੈਗਾ। ਉਹ ਤੁਹਾਨੂੰ ਆਪ ਵੀ ਤੁਸੀਂ ਸਮਝਦਾਰ ਹੋਣੇ ਚਾਹੀਦੇ, ਤੁਹਾਨੂੰ ਕਿੱਥੇ ਕੋਟਾ ਵੱਧ ਮਿਲਦਾ ਪਿਆ, ਕਿੱਥੇ ਤੁਸੀਂ 10% ਲਾਓਗੇ। EWS ਵਿੱਚ ਜਿਹੜੀ ਸਰਕਾਰ ਨੇ ਜਿਹੜੀ ਸ਼ਰਤ ਰੱਖੀ ਹੈ ਉਹ ਸਾਰੀ ਉਹ ਹਰੇਕ ਬੰਦੇ ਵਾਸਤੇ ਹੈਗਾ, ਹਰੇਕ ਬੰਦੇ ਉਹ ਸਰਟੀਫਿਕੇਟ ਨੂੰ ਬਣਾ ਸਕਦਾ ਹੈ। ਇਸ ਕਰਕੇ EWS ਵਾਲੀ ਜਨਰਲ ਕੈਟਾਗਰੀ ਵਾਲੇ ਨੂੰ ਉਹ ਫਾਰਮ ਨਹੀਂ ਭਰਨਾ, ਕਿਸੇ ਨੇ EW 'ਚ ਨਹੀਂ ਕਰਨਾ ਹੈਗਾ। ਬਾਕੀ ਤੁਸੀਂ ਆਪ ਸਮਝਦੇ ਰਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕਿੱਥੇ ਵੱਧ ਪੋਸਟਾਂ ਮਿਲਦੀਆਂ ਪਈਆਂ, ਕਿੱਥੇ ਤੁਸੀਂ EWS ਚਲੇ ਗਏ ਤਾਂ ਤੁਹਾਨੂੰ ਸਿਰਫ ਜਿਹੜੀਆਂ ਰਿਜ਼ਰਵੇਸ਼ਨ ਵਾਲੀਆਂ ਸੀਟਾਂ ਉਹੀ ਮਿਲਣਗੀਆਂ, ਠੀਕ ਹੈ। ਉਹਦੇ ਸਰਟੀਫਿਕੇਟ ਉਹ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ ਤੇ ਕੋਈ ਫਾਇਦਾ ਤਾਂ ਹੈ ਨਹੀਂ, ਨਾ ਤਾਂ ਫੀਸ ਵਿੱਚ ਕੋਈ ਛੂਟ ਹੈਗੀ, ਨਾ ਕੋਈ ਏਜ ਵਿੱਚ ਹੈਗੀ ਆ, ਤੇ ਤੁਹਾਡੀਆਂ ਪੋਸਟਾਂ ਵੀ ਘਟ ਜਾਣੀਆਂ। ਇਸ ਕਰਕੇ ਤੁਸੀਂ ਜਨਰਲ 'ਚ ਅਪਲਾਈ ਕਰਨਾ EWS ਵਾਲਿਆਂ ਨੇ। ਬਾਕੀ ਤੁਸੀਂ ਸਮਝਦਾਰ, ਤੁਸੀਂ ਆਪਦੀ ਸਮਝ ਦੇ ਨਾਲ ਹੀ ਫਾਰਮ ਭਰਨੇ ਆ। ਮੇਰਾ ਇਹ ਜਾਤੀ ਜਿਹੜੀ ਰਾਏ ਹੈਗੀ ਆ, ਠੀਕ ਹੈ। ਬਾਕੀ ਜਿਹੜੇ ਸਟੂਡੈਂਟ ਹੈਗੇ ਆਪਦੀ ਕੈਟਾਗਰੀ 'ਚ ਭਰੋ। ਤੇ SC MB ਮਜ਼੍ਹਬੀ ਐਂਡ ਵਾਲਮੀਕ SC ਤੇ SC ਦੋ ਤਰ੍ਹਾਂ ਦੇ SC ਹੈਗੇ, ਉਹ ਵੀ ਧਿਆਨ ਰੱਖਣਾ। ਸਟੂਡੈਂਟ ਉੱਥੇ ਗਲਤੀ ਕਰ ਜਾਂਦੇ ਕਈ ਵਾਰੀ, ਗਵਰਨਮੈਂਟ ਨੇ ਪਹਿਲਾਂ ਕਿਹਾ ਵੀ ਡੇਟਿੰਗ ਨਹੀਂ ਮਿਲਣੀ, ਡੇਟਿੰਗ ਵਾਸਤੇ ਟਾਈਮ ਨਹੀਂ ਮਿਲਣਾ। ਜਿਹੜੀ ਤੁਸੀਂ ਪੋਸਟ ਫਿਲ ਕਰਤੀ ਤੁਹਾਡਾ ਉਸੇ ਹਿਸਾਬ ਨਾਲ ਪੇਪਰ ਹੋਏਗਾ, ਜਦੋਂ ਤੁਹਾਡੀ ਕਾਉਂਸਲਿੰਗ ਹੋਣੀ ਜਾਂ ਕੁਝ ਵੀ ਇਨਕੁਆਇਰੀ ਹੋਣੀ ਤੁਹਾਡੇ ਉੱਥੇ ਤੁਹਾਨੂੰ ਬਾਹਰ ਕੱਢ ਦਿੱਤਾ ਜਾਊਗਾ। ਇਸ ਕਰਕੇ SC RO ਰਾਮਦਾਸੀ ਐਂਡ ਅਦਰ ਤੇ SC MB ਮਜ਼੍ਹਬੀ ਸਿੱਖ ਤੇ ਵਾਲਮੀਕ ਆਪਦੀ ਕੈਟਾਗਰੀ ਨੂੰ ਸਮਝ ਕੇ ਫਾਰਮ ਭਰਨੇ ਆ। SC RO ਤੁਸੀਂ RO ਰਾਮਦਾਸੀ ਐਂਡ ਅਦਰ ਜਿਹ 'ਚ ਸਾਰੀਆਂ ਬਾਕੀ ਜਾਤਾਂ ਆ ਜਾਂਦੀਆਂ, ਰਾਮਦਾਸੀ ਐਂਡ ਅਦਰ ਕੋਈ ਵੀ ਜਾਤੀ ਹੋਵੇ ਉਹਦੇ ਵਿੱਚ ਆ ਜਾਂਦੀ ਆ। ਤੇ SC MB ਮਜ਼੍ਹਬੀ ਸਿੱਖ ਤੇ ਵਾਲਮੀਕ ਦੋ ਜਾਤਾਂ ਇਸ ਕੈਟਾਗਰੀ ਵਿੱਚ ਆਉਂਦੀਆਂ। ਤੁਸੀਂ ਆਪਦਾ ਜਿਹੜੀ ਕੈਟਾਗਰੀ ਤੁਸੀਂ ਹੈਗੀ ਆ ਉਹਨੂੰ ਦੇਖ ਕੇ ਸਮਝ ਕੇ, ਕੈਫੇ ਵਾਲੇ ਦੇ ਵਿਸ਼ਵਾਸ ਨਹੀਂ ਕਰਨਾ, ਕੈਫੇ ਵਾਲੇ ਨੂੰ ਡਾਕੂਮੈਂਟ ਨਹੀਂ ਦੇ ਕੇ ਆਉਣੇ ਵੀ ਮੇਰੇ ਡਾਕੂਮੈਂਟ ਲਾਲਾ ਜੀ ਫਾਰਮ ਭਰ ਦੇਂ। ਤੁਸੀਂ ਕੋਲੇ ਬਹਿ ਕੇ ਕੋਸ਼ਿਸ਼ ਕਰੋ, ਤੁਹਾਡੇ ਘਰੇ ਆਪਦੇ ਕੰਪਿਊਟਰ ਹੈਗਾ ਤਾਂ ਤੁਸੀਂ ਫਾਰਮ ਖੁਦ ਭਰੋ ਤੇ ਪ੍ਰਿੰਟ ਆਊਟ ਕਰਾਉਣ ਲਈ ਭਾਵੇਂ ਜੇ ਪ੍ਰਿੰਟਰ ਨਹੀਂ ਵੀ ਹੈਗਾ ਤਾਂ ਕੈਫੇ ਜਾ ਸਕਦੇ ਹੋ। ਫਾਰਮ ਤੁਸੀਂ ਆਪਦੇ ਹੱਥੀਂ ਭਰਨਾ ਆ, ਕੋਲੇ ਬਹਿ ਕੇ ਭਰਾਉਣਾ। ਕਿਸੇ ਨੂੰ ਡਾਕੂਮੈਂਟ ਸੈਂਡ ਕਰਤੇ ਜੀ ਮੇਰਾ ਫਾਰਮ ਭਰ ਦੇਂ, ਉਹ ਜੋ ਗਲਤ ਭਰ ਦਿੰਦਾ ਆ ਤੇ ਤੁਹਾਨੂੰ ਦੱਸਦਾ ਵੀ ਨਹੀਂ ਮੇਰੇ ਤੋਂ ਗਲਤ ਭਰਿਆ ਗਿਆ। ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਜਿਹੜਾ ਫਾਰਮ ਤੁਸੀਂ ਖੁਦ ਹੀ ਭਰਨਾ ਆ, ਕਿਸੇ ਹੋਰ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ। ਤੁਹਾਨੂੰ ਪਤਾ ਹੁੰਦਾ ਕਿਉਂਕਿ ਜਿਹੜੇ ਹੁਣ ਜਿਵੇਂ ਕੋਈ ਮੰਨ ਲਓ ਕਰਮਜੀਤ ਕੋਈ GI ਨਾ ਪਾਉਂਦਾ, ਕੋਈ EE ਨਾ ਪਾਉਂਦਾ, ਜੀਤ ਦਾ ਇਹਨਾਂ ਦਾ ਪ੍ਰੀਤ ਦਾ ਚੱਕਰ ਪੈਂਦਾ ਆ। ਇਹ ਵੱਡਾ ਇਸ਼ੂ ਆ, ਇਹ ਛੋਟਾ ਇਸ਼ੂ ਨਹੀਂ ਹੈਗਾ ਵੀ ਚਲੋ I ਤੇ EE ਪਾਤੀ, ਸਪੈਲਿੰਗ 'ਚ ਫਰਕ ਕਰਤਾ, ਡੇਟ ਆਫ ਬਰਥ ਫਰਕ ਕਰਤਾ, ਜਾਂ ਜਿਹੜਾ ਤੁਹਾਡੇ ਕੋਲ ਸਬੂਤ ਨਹੀਂ ਹੈਗਾ ਜਿਹੜੀ ਚੀਜ਼ ਦਾ, ਜੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗੇ ਉਹ ਚੀਜ਼ ਨੂੰ ਸ਼ੋਅ ਕਰਨ ਦੇ, ਤਾਂ ਉਹ ਚੀਜ਼ ਦੀ ਫੇਕ ਜਾਣਕਾਰੀ ਨਹੀਂ ਦੇਣੀ। ਕੁਛ ਵੀ ਗਲਤ ਵਧਾ ਚੜਾ ਕੇ ਜਾਂ ਤੁਹਾਡੇ ਡਾਕੂਮੈਂਟ ਨਹੀਂ ਹੈਗੇ, ਤੁਸੀਂ ਸੋਚਦੇ ਚਲੋ ਕੋਈ ਨਾ ਡਾਕੂਮੈਂਟ ਆ ਜਾਣਗੇ ਜਾਂ ਬਣਾ ਲਾਂਗੇ, ਉਹ ਚੀਜ਼ ਨਹੀਂ ਭਰਨੀ ਹੈ। ਕੁਛ ਫੇਕ ਜਾਣਕਾਰੀ ਨਹੀਂ ਦੇਣੀ ਹੈਗੀ। ਤੁਸੀਂ ਇਹ ਨਾ ਤੁਹਾਡੀ ਮਿਹਨਤ ਕੀਤੀ ਕਰਾਈ ਐਂਡ ਤੇ ਕਿ ਸਰਕਾਰ ਨੇ ਖੂਚ ਪਾ ਦੇਣੀ ਆ। ਜੇ ਤੁਸੀਂ ਕੋਈ ਵੀ ਗਲਤ ਇਨਫੋਰਮੇਸ਼ਨ ਦਿੱਤੀ ਹੋਈ ਤਾਂ ਤੁਸੀਂ ਬਾਹਰ ਨਿਕਲ ਜਾਣਾ। ਸਰਕਾਰ ਨੇ ਸਪਸ਼ਟ ਹਦਾਇਤਾਂ ਕਹੀਆਂ ਹੋਈਆਂ ਦੇ ਵਿੱਚ ਪੂਰੀ ਫਾਈਲ ਨੂੰ ਪੜ੍ਹ ਕੇ ਹੀ ਫਾਰਮ ਭਰਨਾ ਆ ਤੇ ਕਾਹਲੀ ਨਹੀਂ ਕਰਨੀ ਹੈਗੀ। ਜਿਹੜੇ ਹੈਗੇ ਆ BTech ਕੀਤੀ ਹੋਈ ਜਾਂ BSc ਕੀਤੀ ਹੋਈ, BCA ਕੀਤੀ ਆ, ਉਹ ਆਪਦੀਆਂ ਇਹ ਸਾਰੀਆਂ ਉਹ ਭਰ ਸਕਦੇ ਆ, ਜਨਰਲ ਕਲਰਕ ਵਾਲੀਆਂ ਵੀ। ਪਰ ਤੁਸੀਂ ਜਿਹੜੇ ਸਿੰਪਲ BA ਵਾਲੇ ਉਹ ਇੱਧਰ ਨਹੀਂ ਆ ਸਕਦੇ। ਇਸ ਕਰਕੇ ਜਿਹੜੇ BTech BCA ਜਾਂ BSc IT ਕੰਪਿਊਟਰ ਨਾਲ ਰਿਲੇਟਡ ਜਿਹਨੇ ਕੋਈ ਡਿਗਰੀ ਕੀਤੀ ਆ ਉਹ ਆਪਦੀਆਂ ਪੋਸਟਾਂ ਜਿਹੜੇ ਕਲਰਕ IT ਵਿੱਚ ਵੀ ਭਰਨ ਤੇ ਜਨਰਲ ਵਾਲੀਆਂ ਵੀ ਭਰਨ, ਦੋਨੋਂ ਪੋਸਟਾਂ ਭਰਨ। ਜਿਹੜੇ ਹੈਗੇ ਆ ਜਨਰਲ ਕਲਰਕ ਵਾਲੇ ਉਹ 'ਚ ਸਿਰਫ BA ਵਾਲੇ ਸਿੰਪਲ ਹੋਣਗੇ ਤੇ BCom ਦੇ ਵਿੱਚ BCom ਵਾਲੇ ਤਾਂ ਭਰ ਸਕਦੇ ਆ ਤੇ ਉਹ ਜਨਰਲ ਵਿੱਚ ਵੀ ਭਰਨਗੇ, ਉਹ ਦੋ ਪੋਸਟਾਂ ਭਰਨਗੇ। ਸਿੰਪਲ BA ਵਾਲੇ ਸਿਰਫ ਇੱਕ ਪੋਸਟ ਭਰ ਸਕਦੇ ਆ ਤੇ ਜਿਹੜੇ BTech ਵਾਲੇ ਉਹ ਦੋ, BTech BSc BCA ਵਾਲੇ ਦੋ ਪੋਸਟਾਂ ਭਰ ਸਕਦੇ ਆ, ਜਨਰਲ ਵਾਲੀ ਤੇ ਆਪਦੀ ਪੋਸਟ। ਉਹਦੇ BCom ਵਾਲੇ ਆਪਦੀ ਪੋਸਟ, BCom ਵਾਲੀ ਜਿਹੜੀ ਅਕਾਊਂਟੈਂਟ ਦੀ ਹੈ ਕਲਰਕ ਦੀ ਤਾਂ ਜਨਰਲ ਕਲਰਕ, ਦੋ ਪੋਸਟਾਂ ਇਹ ਭਰ ਸਕਦੇ ਆ। ਸਿੰਪਲ BA ਵਾਲੇ ਸਿਰਫ ਇੱਕ ਆਪਦੀ ਕੈਟਾਗਰੀ ਵਾਲੀ ਜਨਰਲ ਕਲਰਕ ਵਾਲੀ ਪੋਸਟ ਹੀ ਭਰ ਸਕਦੇ ਆ। ਠੀਕ ਹੈ। ਉਮਰ ਤੁਹਾਡੀ ਹੈਗੀ ਆ 18 ਤੋਂ 37 ਸਾਲ ਤੇ ਜੇ ਕੋਈ ਤੁਹਾਡੀ ਅਦਰ ਕੈਟਾਗਰੀ ਹੈਗੀ ਤੁਹਾਨੂੰ 5 ਸਾਲ ਦੀ ਛੋਟ ਹੋਏਗੀ। ਉਹ ਤੁਸੀਂ ਜੇ ਛੋਟ ਲੈਣੀ ਹੈ ਤਾਂ ਸਰਟੀਫਿਕੇਟ ਤੁਹਾਨੂੰ ਨਾਲ ਸ਼ੋਅ ਕਰਨੇ ਪੈਣਗੇ। ਕੈਟਾਗਰੀ ਵਾਲਾ ਸਰਟੀਫਿਕੇਟ ਲਾਈਫ ਟਾਈਮ ਵੈਲਿਡ ਆ, ਰੈਜ਼ੀਡੈਂਸ ਵਾਲਾ ਤੁਹਾਨੂੰ ਨਵਾਂ ਬਣਾਉਣਾ ਪਊਗਾ ਜੇ ਤੁਹਾਡਾ 2016 ਤੋਂ ਪਹਿਲਾਂ ਦਾ ਬਣਿਆ ਹੋਇਆ।
5 ਸਾਲ ਤੋਂ ਜ਼ਿਆਦਾ ਪੁਰਾਣਾ ਹੋ ਗਿਆ ਤਾਂ ਨਵਾਂ ਸਰਕਾਰ ਨੇ ਲਿਖਤੀ ਤੌਰ ਤੇ ਵਿੱਚ ਕਿਹਾ ਹੋਇਆ ਫੋਟੋ ਜਿਹੜੀ ਤੁਸੀਂ ਅਪਲੋਡ ਕਰਨੀ ਆ ਉਹ ਤੁਸੀਂ ਲੇਟੈਸਟ ਕਰਨੀ ਆ, ਤੁਹਾਡੀ 3 ਮਹੀਨੇ ਤੋਂ ਪੁਰਾਣੀ ਫੋਟੋ ਨਹੀਂ ਹੋਣੀ ਚਾਹੀਦੀ। ਇਹ ਨਾ ਹੋਵੇ ਤੁਹਾਡੇ ਕੋਲ ਪੁਰਾਣੀਆਂ ਫੋਟੋਆਂ ਪਈਆਂ ਜੀ ਇਕੱਠੀਆਂ ਕਢਾਈਆਂ ਸੀਗੀਆਂ ਪ੍ਰਿੰਟ ਆਊਟ ਤੇ ਉਹ ਪਈਆਂ ਤੇ ਉਹੀ ਅਪਲੋਡ ਕਰਤੀ। ਲੇਟੈਸਟ ਨਵੀਂ ਫੋਟੋ ਅਪਲੋਡ ਵੀ ਕਰਨੀ ਹੈ, ਇੱਕ ਫੋਟੋ ਸਾਂਭ ਕੇ ਵੀ ਰੱਖਣੀ ਹੈ। ਜਦੋਂ ਕਾਉਂਸਲਿੰਗ ਹੋਏਗੀ ਗਵਰਨਮੈਂਟ ਨੇ ਉਹ ਸੇਮ ਫੋਟੋ ਤੁਹਾਡੇ ਤੋਂ ਮੰਗਣੀ ਆ। ਕਾਉਂਸਲਿੰਗ ਦੇ ਟਾਈਮ ਤੇ ਤੁਹਾਡੀ ਸੇਮ ਫੋਟੋ ਤੁਸੀਂ ਅਪਲੋਡ ਕੀਤੀ ਸੀ ਉਹ ਤੁਹਾਡੇ ਕੋਲ ਸਰਕਾਰ ਨੇ ਮੰਗਣੀ ਆ, ਉਹ ਇੱਕ ਫੋਟੋ ਸਾਂਭ ਕੇ ਵੀ ਰੱਖਣੀ ਆ। ਠੀਕ ਹੈ, ਡਾਕੂਮੈਂਟ ਸਾਰੇ ਤੁਹਾਡੇ ਕੋਲ ਹੋਣੇ ਚਾਹੀਦੇ ਆ। ਜਦੋਂ ਕਾਉਂਸਲਿੰਗ ਹੋਏਗੀ ਉਸ ਟਾਈਮ ਤੇ ਰੀਨਲ ਵੀ ਚਾਹੀਦੇ, ਤੁਹਾਡੀ ਫੋਟੋ ਕਾਪੀ ਵੀ ਚਾਹੀਦੀ ਹੈ, ਟੈਸਟ ਕਰਾ ਕੇ ਤੁਸੀਂ ਨਾਲ ਲੈ ਜਾਣੀਆਂ ਹੋਣਗੀਆਂ ਤੇ ਉਹ ਸਾਰੇ ਮੌਜੂਦ ਫਾਰਮ ਭਰਨ ਤੋਂ ਪਹਿਲਾਂ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਆ। ਕੋਈ ਵੀ ਡਾਕੂਮੈਂਟ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਫਾਰਮ ਭਰਨ ਤੋਂ ਬਾਅਦ ਵਿੱਚ ਬਣਿਆ ਹੋਵੇ। ਠੀਕ ਹੈ, ਉਹ ਜੇ ਤੁਸੀਂ ਉਹ ਮੌਕੇ ਤੇ ਜਦੋਂ ਕਾਉਂਸਲਿੰਗ ਹੋਣੀ ਆ ਉਦੋਂ ਉਸ ਟਾਈਮ ਤੇ ਸਭ ਕੁਝ ਬੰਦੇ ਬਾਹਰ ਹੋ ਜਾਣਗੇ ਜਿਹੜੇ ਉਦੋਂ ਬਾਅਦ ਸਰਟੀਫਿਕੇਟ ਬਣਾਉਣਗੇ ਜਾਂ ਕੁਝ ਕਰਨਗੇ। ਇਸ ਕਰਕੇ ਆਪਦੀ ਉਹਦੀ ਕੈਟਾਗਰੀ ਆਪਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਫਾਰਮ ਭਰਨੇ ਆ। ਤੇ ਨੈਕਸਟ ਹੈਗੀ ਜਿਹੜੀ ਗੱਲ ਕਰਦੇ ਆ ਫੀਸ ਦੀ, ਫੀਸ ਹੈਗੀ ਆ ਜਨਰਲ ਕੈਟਾਗਰੀ ਵਾਸਤੇ 1000 ਰੁਪਏ ਹੈ ਤੇ ਬਾਕੀ ਕੈਟਾਗਰੀ ਵਾਸਤੇ 250 ਰੁਪਏ। ਜਨਰਲ ਲਈ 1000 ਰੁਪਏ ਤੇ 250 ਰੁਪਏ ਜਿਹੜੀ ਫੀਸ ਹੈਗੀ ਬਾਕੀ ਕੈਟਾਗਰੀ ਵਾਸਤੇ। ਜੇ ਤੁਸੀਂ ਸ਼ੂਟ ਲੈਣੀ ਆ ਤੁਹਾਨੂੰ ਸਰਟੀਫਿਕੇਟ ਵੀ ਸ਼ੋਅ ਕਰਨਾ ਪੈਣਾ। ਠੀਕ ਹੈ, ਇਸ ਕਰਕੇ ਸਰਟੀਫਿਕੇਟ ਤੁਹਾਡੇ ਕੋਲ ਹੋਣੇ ਚਾਹੀਦੇ ਜੋ ਵੀ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਤੁਸੀਂ ਸ਼ੂਟ ਲੈਣੀ ਆ। ਠੀਕ ਹੈ, ਨੈਕਸਟ ਗੱਲ ਕਰਦੇ ਹਾਂ ਰਿਟਨ ਟੈਸਟ ਦੀ। ਰਿਟਨ ਟੈਸਟ ਜਿਹੜਾ ਹੋਣਾ ਉਹਦੇ ਵਿੱਚੋਂ ਜੇ ਤੁਸੀਂ 40% ਨੰਬਰ ਲੈਣੇ ਆ, 100 ਚੋਂ 40 ਨੰਬਰ ਲੈਣੇ ਆ ਤਾਂ ਤੁਹਾਡਾ ਟਾਈਪ ਹੋਏਗਾ, ਟਾਈਪ ਇੰਗਲਿਸ਼ ਪੰਜਾਬੀ ਤੁਹਾਡਾ ਤਾਂ ਹੀ ਹੋਏਗਾ ਜੇ ਤੁਸੀਂ 40% ਨੰਬਰ ਲੈਣੇ ਹੋ ਪੇਪਰ ਦੇ ਵਿੱਚ। ਜੇ ਤੋਂ ਘੱਟ ਜਾਂਦੇ ਤੁਸੀਂ ਪਹਿਲਾਂ ਹੀ ਡਿਸਕੁਆਲੀਫਾਈ ਹੋ ਜਾਂਦੇ ਹੋ। ਉਦੋਂ ਬਾਅਦ ਰਿਟਨ ਆਪਣੀ ਇਸ 40% ਨੰਬਰ ਤੋਂ ਬਾਅਦ ਆਪਣਾ ਹੋਣਾ ਟਾਈਪਿੰਗ ਦਾ। ਇੰਗਲਿਸ਼ ਪੰਜਾਬੀ ਦੋਨੋਂ ਇੱਕੋ ਦਿਨ ਦੇ ਵਿੱਚ ਹੀ ਹੋ ਜਾਂਦੇ, 5 ਮਿੰਟ ਦਾ ਵਿੱਚ ਗੈਪ ਹੁੰਦਾ, ਇਕੱਠੇ ਪੇਪਰ ਹੋ ਜਾਣਾ। ਇਹ ਆਪਣਾ ਕੁਆਲੀਫਾਈਡ ਰਾਊਂਡ ਆ, ਇਹ 'ਚ ਕੋਈ ਸਪੀਡ ਨਹੀਂ ਕੱਢਣੀ, ਸਿਰਫ ਤੁਸੀਂ 30 ਵਰਡ ਪਰ ਮਿੰਟ ਦੇ ਹਿਸਾਬ ਨਾਲ 8% ਗਲਤੀਆਂ ਮਾਫ ਹੋਣਗੀਆਂ। 8% ਗਲਤੀਆਂ ਮਾਫ, 24 ਗਲਤੀਆਂ 300 ਵਿੱਚੋਂ 24 ਗਲਤੀਆਂ ਤੁਹਾਨੂੰ ਮਾਫ ਹੋਣਗੀਆਂ। ਇਹ ਤੁਸੀਂ ਕੁਆਲੀਫਾਈ ਰਾਊਂਡ ਆ, ਇਹਨੂੰ ਤੁਸੀਂ ਪਾਸ ਕਰਨਾ ਹੈ। ਜਿਹੜੀ ਮੈਰਿਟ ਬਣਨੀ ਉਹ ਰਿਟਨ ਦੀ ਬਣਨੀ, ਰਿਟਨ ਟੈਸਟ ਦੀ ਮੈਰਿਟ ਬਣਨੀ ਆ। ਮੰਨ ਲਓ ਕਿ ਜਦੋਂ ਰਿਟਨ ਦੀ ਮੈਰਿਟ ਬਣ ਗਈ ਉਹ ਤੇ ਕੋਈ ਕੈਂਡੀਡੇਟ ਬਰਾਬਰ ਆ ਜਾਂਦੇ ਆ, ਜਿਹੜੀ ਉਹਦੀ ਮੈਰਿਟ ਹੈਗੀ ਆ ਰਿਟਨ ਦੀ ਬਰਾਬਰ ਹੋ ਜਾਂਦੀ ਆ ਤਾਂ ਉਸ ਜਗ੍ਹਾ ਤੇ ਜਿਹਦੀ ਉਮਰ ਵੱਧ ਹੋਏਗੀ ਜੌਬ ਉਹਨੂੰ ਮਿਲੇਗੀ। ਜੇ ਉਮਰਾਂ ਵੀ ਬਰਾਬਰ ਆ ਜਾਂਦੀਆਂ ਫਿਰ ਤੁਹਾਡੀ ਕੁਆਲੀਫਿਕੇਸ਼ਨ ਵੇਖਿਆ ਨਹੀਂ ਗ੍ਰੈਜੂਏਸ਼ਨ ਦੇ ਜਿਹੜੇ ਨੰਬਰ ਹੈਗੇ ਉਹ ਵੇਖੇ ਜਾਣਗੇ। ਜੇ ਗ੍ਰੈਜੂਏਸ਼ਨ ਵੀ ਕਿਤੇ ਕਿਸੇ ਚਾਂਸ ਵਿੱਚ ਉਹ ਬਰਾਬਰ ਆ ਜਾਂਦੇ ਆ, ਮੰਨ ਲਓ ਰਿਟਨ ਬਰਾਬਰ ਆ ਗਿਆ, ਤੁਹਾਡੀ ਜਿਹੜੀ ਉਮਰ ਬਰਾਬਰ ਹੋਈ, ਤੁਹਾਡੀ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਦੇ ਨੰਬਰ ਬਰਾਬਰ ਹੋਏ ਤਾਂ ਤੁਹਾਡੇ 10th ਦੇ ਨੰਬਰ ਦੇਖੇ ਜਾਣਗੇ। ਜਿਹਦੇ 10th ਵਿੱਚ ਨੰਬਰ ਜ਼ਿਆਦਾ ਹੋਣਗੇ ਤਾਂ ਜੌਬ ਉਹਨੂੰ ਮਿਲੇਗੀ। ਇਹ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ ਹੈ। ਬਾਅਦ ਚੋਂ ਬੰਦਾ ਕਨਫਿਊਜ਼ ਹੋ ਜਾਂਦਾ ਵੀ ਮੈਂ ਬਰਾਬਰ ਸੀ ਜਾਂ ਮੇਰਾ ਉੱਧਰ ਸੀਗਾ ਤੇ ਮੈਨੂੰ ਜੌਬ ਨਹੀਂ ਮਿਲੀ ਹੈਗੀ, ਗਾਂਹ ਭੱਜਿਆ ਫਿਰਦਾ ਰਹਿੰਦਾ ਹੈ। ਇਸ ਕਰਕੇ ਇਹ ਚੀਜ਼ ਵੇਖਣਾ ਗਵਰਨਮੈਂਟ ਨੇ ਤਾਂ ਜੌਬ ਦੇਣੀ ਆ ਬੈਸਟ ਬੰਦੇ ਨੂੰ ਜਿਹੜਾ ਕਿਸੇ ਵੀ ਫੀਲਡ ਵਿੱਚ ਉਹ ਅੱਗੇ ਵੱਧ ਹੈਗਾ ਹੈ। ਠੀਕ ਹੈ, ਨੈਕਸਟ ਗੱਲ ਕਰਦੇ ਹਾਂ। ਠੀਕ ਹੈ, ਰਿਟਨ ਟੈਸਟ ਦੀ ਤਿਆਰੀ ਕਰਨੀ। ਟਾਈਪ ਦੀ 32 ਵਰਡ ਪਰ ਮਿੰਟ ਦੋਨਾਂ 'ਚ ਇੰਗਲਿਸ਼ ਪੰਜਾਬੀ ਰਾਵੀ ਫੌਂਟ ਤੇ ਹੋਣਾ, ਕੰਪਿਊਟਰ ਤੇ ਹੋਣਾ। ਇੰਗਲਿਸ਼ ਸਾਰਿਆਂ ਤੇ ਸੇਮ ਹੀ ਹੁੰਦੀ ਆ ਤੇ ਪੰਜਾਬੀ ਜਿਹੜੀ ਹੈਗੀ ਆ ਉਹ ਰਾਵੀ ਫੌਂਟ ਦੇ ਵਿੱਚ ਹੋਏਗੀ। ਠੀਕ ਹੈ, ਤੇ ਕਾਫੀ ਲੰਮਾ ਸ਼ਿਫਟਾਂ ਦੇ ਵਿੱਚ ਪੇਪਰ ਹੋਏਗਾ। ਜੇ ਜ਼ਿਆਦਾ ਯੂਨੀਵਰਸਿਟੀ ਜਿਵੇਂ ਵੱਡੀਆਂ ਯੂਨੀਵਰਸਿਟੀਆਂ ਜਾਂ ਵੱਡੇ ਕਾਲਜ ਹੈਗੇ ਉਹਨਾਂ ਵਿੱਚ ਪੇਪਰ ਜਿਹੜਾ ਹੈਗਾ ਸ਼ਿਫਟਾਂ ਵਿੱਚ ਹੀ ਕਾਫੀ 100-200 ਕੰਪਿਊਟਰ ਹੁੰਦੇ ਜਿੱਥੇ ਲੈਬ ਦੇ ਵਿੱਚ ਪੇਪਰ ਹੋਣਾ ਆ। ਇਸ ਕਰਕੇ ਤੁਹਾਡਾ ਪੇਪਰ ਇਹ ਲੰਮਾ ਜਾਊਗਾ ਕਿਉਂਕਿ ਕੈਂਡੀਡੇਟ ਵੀ ਬਹੁਤ ਜ਼ਿਆਦਾ ਹੈਗੇ ਆ। ਠੀਕ ਹੈ, ਜਿਹੜੀ ਤੁਹਾਡੀ ਪਾਤਰਤਾ ਰੱਦ ਹੋਣ ਦੇ ਤੁਹਾਨੂੰ ਕਾਰਨ ਪਹਿਲਾਂ ਦੱਸਦੇ ਆ। ਇੱਕ ਹੋਰ ਆਪਣੇ 13 ਨੰਬਰ ਪੇਜ ਤੇ ਗਵਰਨਮੈਂਟ ਨੇ ਦੱਸਿਆ ਹੋਇਆ ਵੀ ਤੁਹਾਡੀ ਫੀਸ ਪ੍ਰੋਪਰ ਪੇ ਨਾ ਹੋਈ, ਘੱਟ ਹੋਈ ਫੀਸ ਜਾਂ ਕਿਸੇ ਟ੍ਰਾਂਜੈਕਸ਼ਨ ਦੀ ਫੇਲਰ ਕਰਕੇ ਤੁਹਾਡੀ ਫੀਸ ਡਿਪੋਜ਼ਿਟ ਨਹੀਂ ਹੋਈ। ਮੰਨ ਲਓ ਤੁਸੀਂ ਫੀਸ ਡਿਪੋਜ਼ਿਟ ਕਰਤੀ ਪਰ ਗਵਰਨਮੈਂਟ ਕੋਲ ਨਹੀਂ ਪਹੁੰਚੀ, ਤੁਹਾਨੂੰ ਸਕਸੈਸਫੁਲ ਲਿਖਿਆ ਨਹੀਂ ਆਇਆ, ਤੁਸੀਂ ਪ੍ਰਿੰਟ ਆਊਟ ਕੱਢੋਗੇ ਸਕਸੈਸਫੁਲ ਲਿਖਿਆ ਨਹੀਂ ਆਇਆ ਤਾਂ ਤੁਸੀਂ ਡਿਸਕੁਆਲੀਫਾਈ ਹੋਵੋਗੇ। ਮੰਨ ਲਓ ਕੋਈ ਟੈਕਨੀਕਲ ਗਲਤੀ ਕਰਕੇ ਤੁਹਾਡੀ ਫੀਸ ਪੇ ਨਹੀਂ ਹੁੰਦੀ, ਤੁਸੀਂ ਪੇ ਕੀਤੀ ਹੈ ਪਰ ਗਵਰਨਮੈਂਟ ਕੋਲ ਨਹੀਂ ਪਹੁੰਚੀ ਤਾਂ ਗਲਤੀ ਜਿਹੜੀ ਜ਼ਿੰਮੇਵਾਰੀ ਹੈਗੀ ਉਹ ਕੈਫੇ ਵਾਲੇ ਦੀ, ਤੁਹਾਡੀ ਆਪਦੀ ਹੋਏਗੀ, ਸਰਕਾਰ ਦੀ ਨਹੀਂ ਹੋਏਗੀ। ਇਸ ਕਰਕੇ ਤੁਸੀਂ ਆਪ ਖੁਦ ਕੰਮ ਕਰਨਾ ਸਾਰਾ, ਕੈਫੇ ਵਾਲੇ ਤੇ ਤੁਸੀਂ ਡਿਪੈਂਡੈਂਟ ਨਹੀਂ ਰਹਿਣਾ। ਪੂਰੀ ਸ਼ੁੱਧ ਸਹੀ ਜਾਣਕਾਰੀ ਦੇਣੀ ਆ, ਕੋਈ ਅੱਧਾ ਅਧੂਰਾ ਆਪਣਾ ਛੱਡਣਾ ਨਹੀਂ ਹੈਗਾ। ਪੂਰਾ ਪ੍ਰੋਪਰ ਫਾਰਮ ਭਰ ਕੇ ਤੁਹਾਡੀ ਜਿਹੜੀ ਯੋਗਤਾ ਸਰਕਾਰ ਨੇ ਦੱਸੀ ਹੋਈ ਉਹਦੇ ਅਕੋਰਡਿੰਗ ਤੁਹਾਡਾ ਪੇਪਰ ਜਿਹੜੇ ਫਾਰਮ ਭਰਨੇ ਹੈਗੇ। ਕੋਈ ਵੀ ਤੁਹਾਡੀ ਘੱਟ ਹੋਇਆ ਜੋ ਸਰਕਾਰ ਨੇ ਮੰਗਿਆ ਤਾਂ ਤੁਹਾਡਾ ਇਹ ਡਿਸਕੁਆਲੀਫਾਈ ਤੁਸੀਂ ਹੋ ਸਕਦੇ ਹੋ। ਆਪਦੀ ਕੈਟਾਗਰੀ ਦਾ ਧਿਆਨ ਰੱਖਣਾ, ਜਿਹੜੇ ਕੈਟਾਗਰੀ ਕੋਡ ਹੈਗੇ ਆ ਉਹ ਕੈਟਾਗਰੀ ਇਸ ਲਿਸਟ ਵਿੱਚ ਕੋਡ ਦਿੱਤੇ ਹੋਏ ਆ, ਉਹਦੇ ਅਕੋਰਡਿੰਗ ਤੁਸੀਂ ਆਪਦੇ ਫਾਰਮ ਭਰਨੇ ਆ। ਬਹੁਤ ਲੰਮੀ ਚੌੜੀ ਜਾਣਕਾਰੀ ਹੈਗੀ, ਇਸ ਕਰਕੇ ਇਹਨਾਂ ਫਾਈਲਾਂ ਨੂੰ ਤੁਸੀਂ ਖੁਦ ਵੀ ਪੜ੍ਹ ਲੈਣਾ ਹੈ। ਤੇ ਆਨਲਾਈਨ ਫਾਰਮ ਭਰਨ ਲੱਗੇ ਤੁਹਾਡੇ ਕੋਲ ਆਪਦਾ ਮੋਬਾਈਲ ਨੰਬਰ ਜਿਹੜਾ ਤੁਸੀਂ ਸਾਂਭ ਕੇ ਰੱਖਣਾ, ਤੁਹਾਡਾ ਮੋਬਾਈਲ ਨੰਬਰ ਉਹੀ ਰਹਿਣਾ, ਤੁਹਾਡੇ ਕੋਲ ਰਹਿਣਾ ਚਾਹੀਦਾ ਹਮੇਸ਼ਾ ਹੀ। ਇਹ ਨਾ ਤੁਸੀਂ ਫਾਰਮ ਭਰ ਤੋਂ ਉੱਥੇ ਨੰਬਰ ਦੇ ਦਿਓ ਤੇ ਬਾਅਦ ਨੰਬਰ ਤੁਹਾਡਾ ਚੇਂਜ ਹੋ ਜਾਏ। ਤੁਹਾਡੀ ਈਮੇਲ ਆਈਡੀ ਚੱਲਦੀ ਹੋਣੀ ਚਾਹੀਦੀ ਆ, ਈਮੇਲ ਆਈਡੀ ਪਹਿਲਾਂ ਬਣਾ ਕੇ ਰੱਖੋ, ਤੁਹਾਡੀ ਚੱਲਦੀ ਰਹੇ, ਲੈਪਟਾਪ ਚੱਲਦੀ ਰਹੇ, ਜਿਸ 'ਚ ਤੁਸੀਂ ਜੌਬ ਨਹੀਂ ਲੱਗ ਜਾਂਦੇ। ਠੀਕ ਹੈ, ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਗਵਰਨਮੈਂਟ ਨੇ ਦੇਣੀ ਆ ਤੁਹਾਡੀ ਈਮੇਲ ਆਈਡੀ ਤੇ ਆਉਣੀ ਆ।
ਕੋਈ ਵੀ ਅਪਡੇਟ ਹੁੰਦੀ ਹੈ ਤੁਹਾਨੂੰ ਈਮੇਲ ਆਈਡੀ ਤੇ ਤੁਹਾਡੇ ਮੋਬਾਈਲ ਨੰਬਰ ਤੇ ਤੁਹਾਨੂੰ ਮੈਸੇਜ ਆਉਣਗੇ, ਪੇਪਰ ਕਦੋਂ ਹੋਣਾ, ਕਿੱਥੇ ਹੋਣਾ, ਡੇਟ, ਉਹ ਸਭ ਕੁਝ ਇਨਫੋਰਮੇਸ਼ਨ ਮਿਲਦੀ ਰਹੂਗੀ। ਤੁਹਾਡੇ ਕੋਲ ਮੋਬਾਈਲ ਨੰਬਰ, ਤੁਹਾਡਾ ਕੁੜੀਆਂ ਕੋਲ ਆਪਦੇ ਮੋਬਾਈਲ ਚਾਹੀਦੇ ਆ। ਜਿਹੜਾ ਮੋਬਾਈਲ ਤੁਸੀਂ ਦਓਗੇ ਉਹਨੂੰ ਬੰਦੇ ਨੂੰ ਪਹਿਲਾਂ ਦੱਸ ਦੇਣਾ ਵੀ ਮੇਰੇ ਮੈਸੇਜ ਆਉਣਗੇ ਜਾਂ ਮੇਰੀ ਮੇਲ ਚੈੱਕ ਕਰਦੇ ਰਹਿਣਾ ਆ। ਸਰਕਾਰ ਨੇ ਪਹਿਲਾਂ ਕਿਹਾ ਵੀ ਤੁਹਾਨੂੰ ਕੋਈ ਸਪੈਸ਼ਲ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ, ਜੋ ਤੁਸੀਂ ਆਪ ਖੁਦ ਹੀ ਚੈੱਕ ਕਰਦੇ ਰਹਿਣਾ। ਤੁਹਾਨੂੰ ਆਪ ਹੀ ਵੈਬਸਾਈਟ ਨੂੰ ਵਾਰੀ-ਵਾਰੀ ਚੈੱਕ ਕਰਨਾ ਪਊਗਾ ਕੀ ਅਪਡੇਟ ਆ ਰਿਹਾ। ਫਾਰਮ ਭਰਨ ਤੋਂ ਬਾਅਦ ਤੁਸੀਂ ਫ੍ਰੀ ਨਹੀਂ ਹੋ ਜਾਣਾ, ਤੁਸੀਂ ਆਪਦਾ ਆਪ ਵੈਬਸਾਈਟ ਨੂੰ ਚੈੱਕ ਕਰਦੇ ਰਹਿਣਾ 23/11 ਤੱਕ, ਠੀਕ ਆ। ਫੀਸ ਜਿਹੜੀ ਭਰਨੀ ਜਾਂ ਫਾਰਮ ਭਰਨਾ ਇਹ ਤੇ 4 ਦਿਨ ਦਾ ਪ੍ਰੋਸੈਸ ਆ। ਵਿੱਚ ਫਾਰਮ ਨੂੰ ਫਿਲ ਹੋਣ ਤੋਂ ਬਾਅਦ ਵਿੱਚੋਂ ਗੈਪ ਪੈਣਾ, ਫੀਸ ਪੇ ਕਰਨ ਤੋਂ ਫਿਰ 1 ਦਿਨ ਦਾ ਗੈਪ ਹੈਗਾ। ਇਸ ਕਰਕੇ ਤੁਹਾਡੇ ਕੋਲ 4 ਦਿਨ ਹੋਣੇ ਚਾਹੀਦੇ ਆ। ਇਸ ਕਰਕੇ ਘੱਟੋ ਘੱਟ 1 ਤਰੀਕ ਤੋਂ ਤੁਸੀਂ ਫਾਰਮ ਭਰਨੇ ਸਟਾਰਟ ਕਰ ਦਿੰਦੇ। ਡਾਕੂਮੈਂਟ ਪਹਿਲਾਂ ਰੈਡੀ ਕਰ ਲਓ ਆਪਦੇ, ਤੇ ਡਾਕੂਮੈਂਟ ਪਹਿਲਾਂ ਰੈਡੀ ਚਾਹੀਦੇ ਤੇ 4 ਦਿਨ ਦਾ ਟਾਈਮ ਤੁਹਾਡੇ ਕੋਲ ਹੈਗਾ ਆ ਫਾਰਮ ਭਰਨ ਦਾ। ਤੇ ਕੋਸ਼ਿਸ਼ ਕਰੋ ਵੀ ਪ੍ਰੋਪਰ ਜਿਹੜੀ ਖੁਦ ਜਿਹੜਾ ਫਾਰਮ ਹੈ ਖੁਦ ਭਰੋ, ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਕਈ ਵਾਰੀ ਹੁੰਦੇ ਆ ਕੈਫੇ ਵਾਲੇ ਆ ਜ਼ਿਆਦਾ ਕਾਹਲੀ ਕਰਕੇ ਤੁਹਾਡਾ ਕੰਮ ਖਰਾਬ ਕਰ ਦਿੰਦੇ ਆ। ਇਸ ਕਰਕੇ ਤੁਹਾਡੀ ਜ਼ਿੰਦਗੀ ਦਾ ਸਵਾਲ ਹੈਗਾ, ਇਸ ਤੁਸੀਂ ਆਪ ਹੀ ਉਹਦੇ ਰਿਸਪੌਂਸੀਬਲ ਹੋਵੋਗੇ, ਠੀਕ ਹੈ। ਬਾਕੀ ਕੋਈ ਹੋਰ ਗੱਲਬਾਤ ਹੋਣੀ, ਗੱਲ ਰਹਿ ਗਈ ਹੋਵੇ ਤੇ ਤੁਸੀਂ ਕਮੈਂਟ ਕਰ ਦਿੰਦੇ ਆ ਤੇ ਫਿਰ ਗੱਲਬਾਤ ਹੋਰ ਕਰਾਂਗੇ, ਠੀਕ ਆ। ਬਸ ਇੰਨੀਆਂ ਗੱਲਾਂ ਸੀ ਅੱਜ ਜੀ, ਠੀਕ ਹੈ। ਬਸ 4 ਦਿਨ ਪਹਿਲਾਂ ਪੇਪਰ ਤੇ ਜਿਹੜਾ ਫਾਰਮ ਭਰਨਾ ਸਟਾਰਟ ਕਰ ਦੇਣਾ। ਇਹ ਨਾ ਤੁਸੀਂ ਆਪਦੇ ਡਾਕੂਮੈਂਟ ਹੀ ਬਣਾਉਂਦੇ ਰਹਿ ਜਾਓ ਤੇ ਆਪਣੀ ਡੇਟ ਜਿਹੜੀ ਉਹ ਲੰਘ ਜਾਵੇ, ਠੀਕ ਹੈ। ਫੋਟੋ ਨਵੀਂ ਲਾਉਣੀ ਵਧੀਆ ਉਹਦੀ, ਤੇ ਬਾਕੀ ਜਿਹੜੇ ਦੂਜੀਆਂ ਦੀ ਜਿਹੜੀ ਡੇਟ ਹੈਗੀ ਆ ਕਲਰਕ IT ਵਾਸਤੇ ਲਾਸਟ ਡੇਟ ਹੈਗੀ 18 ਆ, ਜਨਰਲ ਕਲਰਕ ਦੀ ਲਾਸਟ ਡੇਟ 23 ਆ, ਤੇ IT ਕਲਰਕ ਦੀ ਹੈਗੀ 18, ਫੀਸ ਪੇ ਕਰਨ ਦੀ, ਤੇ ਕਲਰਕ ਅਕਾਊਂਟੈਂਟ ਦੀ ਹੈਗੀ 18, ਠੀਕ। ਉਦੋਂ ਪਹਿਲਾਂ ਸਾਰੀ ਤੁਸੀਂ ਆਪਦੀ ਡਾਕੂਮੈਂਟ ਸਾਰੇ ਰੈਡੀ ਕਰ ਲੈਣੇ ਆ। ਜੋ ਗੱਲਬਾਤ ਨਹੀਂ ਸਮਝ ਲੱਗੀ ਜਾਂ ਕੁਝ ਗੱਲ ਰਹਿ ਗਈ ਹੋਵੇ ਤੁਸੀਂ ਕਮੈਂਟ ਕਰ ਦਿੰਦੇ ਆ, ਫਿਰ ਆਪਾਂ ਇਹਨਾਂ ਫਾਈਲਾਂ ਨੂੰ ਦੁਬਾਰਾ ਕੁਝ, ਮੈਂ ਵੈਸੇ ਤਾਂ ਸਾਰਾ ਫਰੋਲ ਹੀ ਲਿਆ ਵੀ ਕਿਉਂਕਿ ਹੋ ਸਕਦਾ ਹੈ ਇਸ ਕਰਕੇ ਤੁਸੀਂ ਵੀ ਕੁਝ ਰਹਿ ਗਿਆ ਹੋਇਆ, ਉਹ ਗੱਲਬਾਤ ਤੁਸੀਂ ਕਰ ਦੇਣੀ ਆ। ਤੇ ਫਿਰ ਆਪਾਂ ਗੱਲ ਹੋਰ ਵੀਡੀਓ ਵੀ ਬਣਾਵਾਂ ਕਿਉਂਕਿ ਕੰਮ ਲੰਮਾ ਚੌੜਾ ਹੀ ਹੈਗਾ।